ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹਾਂ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਜੇ ਬਣ ਜਾਂਦੀ ਹੈ ਤੇ ਕੀ ਪਵੇਗਾ ਭਾਰਤ ਤੇ ਅਸਰ। ਕਮਲਾ ਹੈਰਿਸ ਰਾਸ਼ਟਰਪਤੀ ਬਣਨ ਦੇ ਲਈ ਤਿਆਰ, ਬਰਾਕ ਓਬਾਮਾ ਨੇ ਬੰਨੇ ਤਾਰੀਫਾਂ ਦੇ ਪੁੱਲ। ਐਲੋਨ ਮਸਕ ਦਾ ਐਲਾਨ, ਚੋਣਾਂ ਤੱਕ ਹਰ ਦਿਨ ਕਿਸੇ ਇੱਕ ਵੋਟਰ ਨੂੰ ਮਿਲੇਗਾ $10 ਲੱਖ ਦਾ ਇਨਾਮ। ਬ੍ਰਿਟਿਸ਼ ਕੋਲੰਬੀਆ ਚੋਣਾਂ ਵਿੱਚ ਰਿਕਾਰਡ ਗਿਣਤੀ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਕੀਤੀ ਦਰਜ। ਡੈਮੋਕ੍ਰੇਟ ਪਾਰਟੀ ਵੱਲੋਂ ਕਾਂਗਰਸਮੈਨ ਦੇ ਉਮੀਦਵਾਰ ਜਸਪ੍ਰੀਤ ਸਿੰਘ ਅਟਾਰਨੀ ਦੇ ਦਫ਼ਤਰ ਪਹੁੰਚੇ। ਏਅਰਪੋਰਟ ਦਾ ਫਰਮਾਨ, ਗਲੇ ਮਿਲੇ ਤਾਂ ਹੋਵੇਗਾ ਜੁਰਮਾਨਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਗਸਤ 2024 ਦੇ ਵਿੱਚ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਇਹ ਬੋਲਦਿਆਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੀ ਮਾਂ ਸ਼ਿਆਮਲਾ ਗੋਪਾਲਨ ਦਾ ਜ਼ਿਕਰ ਕਰਕੇ ਆਪਣੀ ਦੱਖਣੀ ਏਸ਼ੀਆਈ ਪਛਾਣ ਦਾ ਸੱਦਾ ਦਿੱਤਾ ਸੀ। ਹੈਰਿਸ ਨੇ ਕਨਵੈਨਸ਼ਨਸ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ, ਮੇਰੀ ਮਾਂ 19 ਸਾਲ ਦੀ ਸੀ ਜਦੋਂ ਉਸਨੇ ਇੱਕ ਅਟੁੱਟ ਸੁਪਨੇ ਦੇ ਨਾਲ ਭਾਰਤ ਤੋਂ ਕੈਲੀਫੋਰਨੀਆ ਦੀ ਯਾਤਰਾ ਕਰਦੇ ਹੋਏ ਇਕੱਲੇ ਸੰਸਾਰ ਨੂੰ ਪਾਰ ਕੀਤਾ। ਗੋਪਾਲਨ, ਜਿਸ ਦੀ 2009 ਵਿੱਚ ਮੌਤ ਹੋ ਗਈ, ਉਹਨਾਂ ਨੇ ਉਸ ਉੱਤੇ ਅਮਿੱਟ ਛਾਪ ਛੱਡੀ। ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ, ਉਸਨੇ ਸਾਨੂੰ ਕਦੇ ਵੀ ਬੇਇਨਸਾਫੀ ਬਾਰੇ ਸ਼ਿਕਾਇਤ ਨਾ ਕਰਨਾ ਬਲਕਿ ਇਸ ਬਾਰੇ ਕੁਝ ਕਰਨਾ ਸਿਖਾਇਆ ਹੈ। ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਹੋਣ ਦੇ ਨਾਤੇ ਡੋਨਲਡ ਟਰੰਪ 5 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜੰਗ ਦੇ ਮੈਦਾਨ ਵਾਲੇ ਰਾਜਾਂ ਵਿੱਚ ਮੁਹਿੰਮ ਦੇ ਬਲਿਟਸ ਤੇ ਜਾਂਦੇ ਹਨ। ਇੱਕ ਵੱਡਾ ਸਵਾਲ ਹੁਣ ਬਾਕੀ ਹੈ ਕਿ ਅਮਰੀਕਾ ਨੂੰ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੇਗੀ ਜਾਂ ਡੋਨਲਡ ਟਰੰਪ ਦਾ ਦੂਜਾ ਕਾਰਜਕਾਲ। ਇੱਕ ਬਹੁਤ ਵੱਡਾ ਸਵਾਲ ਹੈ ਜਿਸ ਦਾ ਹਾਲੇ ਤੱਕ ਰਿਜ਼ਲਟ ਆਉਣਾ ਬਾਕੀ ਹੈ, ਜੋ ਕਿ 5 ਨਵੰਬਰ ਤੋਂ ਬਾਅਦ ਸਪਸ਼ਟ ਹੋ ਜਾਵੇਗਾ ਕਿ ਆਖਿਰ ਅਮਰੀਕਾ ਨੂੰ ਕਿਸ ਦਾ ਕਾਰਜਕਾਲ ਮਿਲੇਗਾ। ਵਿਸ਼ਲੇਸ਼ਕ ਭਾਰਤ ਤੇ ਸੰਭਾਵਿਤ ਕਮਲਾ ਹੈਰਿਸ ਤੇ ਅਮਰੀਕੀ ਪ੍ਰਸ਼ਾਸਨ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਨ ਕਿ ਭਾਰਤ ਦੇ ਨਾਲ ਕੀ ਪ੍ਰਭਾਵ ਪਵੇਗਾ ਅਗਰ ਕਮਲਾ ਹੈਰਿਸ ਇਸ ਚੋਣ ਨੂੰ ਜਿੱਤ ਜਾਂਦੀ ਹੈ। ਇੱਥੇ ਕੁਝ ਪ੍ਰਮੁੱਖ ਸੈਕਟਰ ਹਨ ਜੋ ਪ੍ਰਭਾਵ ਨੂੰ ਦੇਖ ਸਕਦੇ ਹਨ। ਕਮਲਾ ਹੈਰਿਸ ਸੰਯੁਕਤ ਰਾਜ ਵਿੱਚ ਇੱਕ ਪ੍ਰਮੁੱਖ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਸਵੀਕਾਰ ਕਰਨ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਔਰਤ ਅਤੇ ਪਹਿਲੀ ਵਿਅਕਤੀ ਹੈ। ਅਮਰੀਕਾ ਵਿੱਚ ਕਦੇ ਵੀ ਕੋਈ ਮਹਿਲਾ ਰਾਸ਼ਟਰਪਤੀ ਨਹੀਂ ਰਹੀ। ਇੱਕ ਸੰਭਾਵੀ ਕਮਲਾ ਹੈਰਿਸ ਪ੍ਰਸ਼ਾਸਨ ਦੇ ਨਤੀਜੇ ਵਜੋਂ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਬਣ ਸਕਦੇ ਹਨ, ਜੋ ਉਸਦੇ ਭਾਰਤੀ ਪਿਛੋਕੜ ਅਤੇ ਉਸਦੇ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਰਾਸ਼ਟਰਪਤੀ ਹੋਣ ਦੇ ਨਾਤੇ ਹੈਰਿਸ ਤੋਂ ਜੋ ਬਾਈਡਨ ਪ੍ਰਸ਼ਾਸਨ ਦੇ ਅਧੀਨ ਸਥਾਪਿਤ ਜ਼ਿਆਦਾਤਰ ਵਪਾਰਕ ਨੀਤੀਆਂ ਨੂੰ ਅੱਗੇ ਵਧਾਉਣ ਦੀ ਉਮੀਦ ਕੀਤੀ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਨੀਤੀਆਂ ਆਰਥਿਕ ਲਚਕੀਲੇਪਨ, ਘਰੇਲੂ ਨਿਰਮਾਣ ਅਤੇ ਗਲੋਬਲ ਸਪਲਾਈ ਚੇਨਾਂ ਤੇ ਨਿਰਭਰਤਾ ਨੂੰ ਘੱਟ ਕਰਨ ਤੇ ਕੇਂਦਰਿਤ ਕਰਨਗੀਆਂ। ਹੈਰਿਸ, ਜਿਸਨੇ ਇਸ ਐਤਵਾਰ ਆਪਣਾ 60ਵਾਂ ਜਨਮ ਦਿਨ ਮਨਾਇਆ, ਯੂਕਰੇਨ ਵਿੱਚ ਰੂਸੀ ਯੁੱਧ ਅਤੇ ਏਸ਼ੀਆਈ ਵਿੱਚ ਚੀਨੀ ਪ੍ਰਭਾਵ ਨੂੰ ਰੋਕਣ ਲਈ ਕੋਸ਼ਿਸ਼ਾਂ ਵਿਰੁੱਧ ਬਾਈਡਨ ਪ੍ਰਸ਼ਾਸਨ ਦੇ ਸਖਤ ਰੁਖ ਨੂੰ ਜਾਰੀ ਰੱਖਣ ਦੀ ਸੰਭਾਵਨਾ ਹੈ, ਜੋ ਇੱਕ ਤਰ੍ਹਾਂ ਦੇ ਨਾਲ ਭਾਰਤ ਦੇ ਰਣਨੀਤਿਕ ਹਿੱਤਾਂ ਨਾਲ ਗੂੰਜੇਗਾ। ਅਮਰੀਕਾ ਨਾਲ ਭਾਰਤ ਦੇ ਸਬੰਧਾਂ ਨੂੰ ਜ਼ਿਆਦਾਤਰ ਚੀਨ ਦੇ ਪ੍ਰਿਜ਼ਮ ਰਾਹੀਂ ਦੇਖਿਆ ਜਾਂਦਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੈਰਿਸ ਤੋਂ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਧਿਆਨ ਦੇਣ ਦੀ ਉਮੀਦ ਹੈ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਵਪਾਰਕ ਸੌਦਿਆਂ ਅਤੇ ਸਾਂਝੇਦਾਰੀ ਵਿੱਚ ਸੁਧਾਰ ਦੇਖਣ ਦੀ ਉਮੀਦ ਹੈ। ਖਾਸ ਕਰਕੇ ਰੱਖਿਆ ਅਤੇ ਟੈਕਨੋਲੋਜੀ ਖੇਤਰਾਂ ਵਿੱਚ ਹੈਰਿਸ ਭਾਰਤੀ ਮੂਲ ਦਾ ਵਿਅਕਤੀ ਹੈ। ਇਸ ਕਰਕੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਨਾਲ ਇਹ ਸਬੰਧ ਹੋਰ ਵੀ ਮਜ਼ਬੂਤ ਹੋ ਸਕਦੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਪਹਿਲੂ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਮਝ ਅਤੇ ਸਹਿਯੋਗ ਵੱਲ ਅਗਵਾਈ ਕਰ ਸਕਦੀ ਹੈ। ਡੋਨਲਡ ਟਰੰਪ ਦੁਆਰਾ ਆਪਣੇ ਕਾਰਜਕਾਲ ਵਿੱਚ ਲਗਾਏ ਗਏ ਟੈਰਿਫਾਂ ਨੂੰ ਜੋ ਬਾਈਡਨ ਪ੍ਰਸ਼ਾਸਨ ਦੁਆਰਾ ਵਧਾ ਦਿੱਤਾ ਗਿਆ ਸੀ ਕਿ ਹੈਰਿਸ ਇਹਨਾਂ ਟੈਰਿਫਾਂ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦੀ ਹੈ, ਇਹ ਵੇਖਣਾ ਹਲੇ ਵੀ ਬਾਕੀ ਹੈ। ਹਾਲਾਂਕਿ ਟਰੰਪ ਦੇ ਉਲਟ ਹੈਰਿਸ ਤੋਂ ਵਿਸ਼ਵ ਬਾਜ਼ਾਰ ਤੇ ਨਿਰਭਰਤਾ ਨੂੰ ਘਟਾਉਣ ਲਈ ਟੈਰਿਫ ਦਾ ਸਹਾਰਾ ਲੈਣ ਦੀ ਉਮੀਦ ਨਹੀਂ ਕੀਤੀ ਜਾਂਦੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਹੈਰਿਸ ਨੇ ਇਸ ਦੀ ਬਜਾਏ ਅਮਰੀਕੀ ਅਮੀਰਾਂ ਤੇ ਟੈਕਸ ਲਗਾਉਣ ਅਤੇ ਮੱਧ ਵਰਗ ਨੂੰ ਟੈਕਸ ਛੋਟ ਦੇਣ ਤੇ ਜ਼ੋਰ ਦਿੱਤਾ ਹੈ।
ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ 1 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਅਜਿਹੇ 'ਚ ਇਨ੍ਹਾਂ ਆਖਰੀ ਹਫ਼ਤਿਆਂ 'ਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਉਮੀਦਵਾਰ ਯਾਨੀ ਕਿ ਕਮਲਾ ਹੈਰਿਸ ਤੇ ਡੋਨਲਡ ਟਰੰਪ ਆਪਣੀ ਪੂਰੀ ਤਾਕਤ ਚੋਣ ਤਿਆਰੀਆਂ ਵਿੱਚ ਲਗਾ ਰਹੇ ਹਨ। ਜਿਵੇਂ-ਜਿਵੇਂ ਇਸ ਸਾਲ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਲੋਕ ਖੁੱਲ੍ਹ ਕੇ ਉਹਨਾਂ ਦਾ ਸਮਰਥਨ ਵੀ ਕਰ ਰਹੇ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਸ ਵੇਗਾਸ 'ਚ ਹੈਰਿਸ ਦਾ ਜ਼ੋਰਦਾਰ ਸਮਰਥਨ ਕੀਤਾ। ਉਹਨਾਂ ਨੇ ਟਰੰਪ ਨੂੰ ਵੀ ਨਿਸ਼ਾਨਾ ਬਣਾਇਆ। ਉਹਨਾਂ ਨੇ ਹੈਰਿਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਲੋੜਵੰਦਾਂ ਦੀ ਹਮਾਇਤੀ ਹੈ, ਜੋ ਅਮਰੀਕਾ ਨੂੰ ਅੱਗੇ ਵਧਾਉਣ ਵਾਲੀਆਂ ਕਦਰਾਂ ਕੀਮਤਾਂ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹੈ। ਬਰਾਕ ਓਬਾਮਾ ਨੇ ਇਹ ਵੀ ਕਿਹਾ ਕਿ ਅਮਰੀਕੀਆਂ ਕੋਲੋਂ ਨਵੀਂ ਪੀੜ੍ਹੀ ਦੇ ਨੇਤਾਵਾਂ ਨੂੰ ਚੁਣ ਕੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦਾ ਮੌਕਾ ਹੈ, ਜੋ ਇੱਕ ਬਿਹਤਰ, ਮਜ਼ਬੂਤ, ਨਿਰਪੱਖ ਅਤੇ ਬਰਾਬਰ ਅਮਰੀਕਾ ਬਣਾਉਣ ਵਿੱਚ ਮਦਦ ਕਰਨਗੇ। ਉਹਨਾਂ ਨੇ ਰੈਲੀ 'ਚ ਕਿਹਾ, ਅਮਰੀਕਾ ਪੰਨਾ ਪਲਟਣ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ। ਚੰਗੀ ਖਬਰ ਇਹ ਹੈ ਕਿ ਹੈਰਿਸ ਇਸ ਅਹੁਦੇ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ਇੱਕ ਅਜਿਹੀ ਨੇਤਾ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਉਹਨਾਂ ਲੋਕਾਂ ਦੀ ਤਰਫੋਂ ਲੜਦਿਆਂ ਬਿਤਾਈ ਹੈ ਜਿਨ੍ਹਾਂ ਨੂੰ ਇੱਕ ਚੈਂਪੀਅਨ ਦੀ ਲੋੜ ਹੈ। ਇਸ ਦੇ ਨਾਲ ਹੀ ਉਹ ਇਸ ਅਹੁਦੇ ਲਈ ਓਨੀ ਹੀ ਤਿਆਰ ਹੈ ਜਿੰਨੀ ਕਿ ਕੋਈ ਰਾਸ਼ਟਰਪਤੀ ਉਮੀਦਵਾਰ ਰਿਹਾ ਹੈ। ਵਾਈਟ ਹਾਊਸ ਵਿੱਚ ਉਸ ਦਾ ਇੱਕ ਮਹਾਨ ਸਾਥੀ ਗਵਰਨਰ ਟਿਮ ਵਾਲਜ਼ ਹੋਵੇਗਾ। ਸਾਬਕਾ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਅਮਰੀਕਾ ਮਹਾਮਾਰੀ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ। ਇਸ ਕਾਰਨ ਕੀਮਤਾਂ ਵੱਧ ਰਹੀਆਂ ਹਨ ਅਤੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਇਹ ਚੋਣ ਸਖਤ ਹੋਣ ਵਾਲੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਸੰਘਰਸ਼ ਕਰ ਰਹੇ ਹਨ। ਇੱਕ ਦੇਸ਼ ਦੇ ਰੂਪ 'ਚ ਅਸੀਂ ਪਿਛਲੇ ਕੁਝ ਸਾਲਾਂ 'ਚ ਬਹੁਤ ਕੁਝ ਚੱਲਿਆ ਹੈ। ਅਸੀਂ ਇੱਕ ਮਹਾਮਾਰੀ ਦੇਖੀ ਜਿਸ ਨੇ ਕਾਰੋਬਾਰਾਂ ਅਤੇ ਭਾਈਚਾਰਿਆਂ ਤੇ ਤਬਾਹੀ ਮਚਾ ਦਿੱਤੀ ਅਤੇ ਫਿਰ ਮਹਾਮਾਰੀ ਤੋਂ ਵਿਘਨ ਪਿਆ ਜਿਸ ਨਾਲ ਕੀਮਤਾਂ 'ਚ ਵਾਧਾ ਹੋਇਆ, ਜਿਸ ਨਾਲ ਪਰਿਵਾਰਕ ਬਜਟ ਤੇ ਦਬਾਅ ਪਿਆ। ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਇਸ ਲਈ ਲੋਕ ਚੀਜ਼ਾਂ ਬਦਲ ਰਹੇ ਹਨ। ਇਹ ਸਮਝਣਯੋਗ ਹੈ। ਮੈਂ ਸਮਝਦਾ ਹਾਂ, ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਇਹ ਕਿਉਂ ਸੋਚੇਗਾ ਕਿ ਡੋਨਲਡ ਟਰੰਪ ਚੀਜ਼ਾਂ ਨੂੰ ਇਸ ਤਰੀਕੇ ਨਾਲ ਬਦਲ ਦੇਵੇਗਾ ਜੋ ਲੋਕਾਂ ਲਈ ਚੰਗਾ ਹੋਵੇਗਾ, ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਵਿਅਕਤੀ ਆਪਣੇ ਤੋਂ ਇਲਾਵਾ ਕਿਸੇ ਹੋਰ ਦੀ ਪਰਵਾਹ ਕਰਦਾ ਹੈ। ਹੈਰਿਸ ਦੇ ਵਿਰੋਧੀ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਆਲੋਚਨਾ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਅਤੇ ਮੈਂ ਦੁਬਾਰਾ ਕਹਿਣ ਜਾ ਰਿਹਾ ਹਾਂ ਕਿ ਡੋਨਲਡ ਟਰੰਪ 78 ਸਾਲ ਦੇ ਅਰਬਪਤੀ ਹਨ ਜਿਨ੍ਹਾਂ ਨੇ 9 ਸਾਲ ਪਹਿਲਾਂ ਉਸੇ ਸੁਨਹਿਰੀ ਅਹੁਦੇ ਤੋਂ ਉਤਰਨ ਤੋਂ ਬਾਅਦ ਆਪਣੀਆਂ ਸਮੱਸਿਆ ਬਾਰੇ ਰੋਣਾ ਬੰਦ ਨਹੀਂ ਕੀਤਾ। ਉਹ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਅਤੇ ਜਦੋਂ ਉਹ ਸ਼ਿਕਾਇਤ ਨਹੀਂ ਕਰ ਰਿਹਾ ਹੁੰਦਾ ਤਾਂ ਉਹ ਤੁਹਾਨੂੰ ਚੀਜ਼ਾਂ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਉਹ ਤੁਹਾਨੂੰ ਟਰੰਪ ਬਾਈਬਲ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਵੋਟਰਾਂ ਨਾਲ ਵਾਅਦਾ ਕੀਤਾ ਹੈ ਕਿ ਰਾਸ਼ਟਰਪਤੀ ਚੋਣਾਂ ਤੱਕ ਹਰ ਰੋਜ਼ ਇੱਕ ਵੋਟਰ ਨੂੰ $1 ਮਿਲੀਅਨ ਜਿੱਤਣ ਦਾ ਮੌਕਾ ਮਿਲੇਗਾ। ਇਸ ਲਈ ਸ਼ਰਤ ਦਾ ਐਲਾਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਅਮਰੀਕੀ ਸੰਵਿਧਾਨ ਦੀ ਹਮਾਇਤ ਵਾਲੀ ਉਹਨਾਂ ਦੀ ਪਟੀਸ਼ਨ ਲਈ ਦਸਤਖਤ ਮੁਹਿੰਮ ਵਿੱਚ ਹਿੱਸਾ ਲਵੇਗਾ, ਉਹਨਾਂ ਵਿੱਚ ਰੋਜ਼ਾਨਾ ਇੱਕ ਅਮਰੀਕੀ ਵੋਟਰ ਨੂੰ $1 ਮਿਲੀਅਨ ਦਾ ਇਨਾਮ ਦਿੱਤਾ ਜਾਵੇਗਾ। ਮਸਕ ਨੇ ਕਿਹਾ ਕਿ ਇਹ ਚੋਣ ਮਿਤੀ 5 ਨਵੰਬਰ ਤੱਕ ਹਰ ਰੋਜ਼ ਜਾਰੀ ਰਹੇਗੀ। ਦਿਲਚਸਪ ਗੱਲ ਇਹ ਹੈ ਕਿ ਸ਼ਨੀਵਾਰ ਨੂੰ ਇਸ ਐਲਾਨ ਦੇ ਨਾਲ ਮਸਕ ਨੇ ਆਪਣੀ ਪਟੀਸ਼ਨ ਦੇ ਸਮਰਥਨ 'ਚ ਦਸਤਖਤ ਕਰਨ ਵਾਲੇ ਵੋਟਰ ਨੂੰ $1 ਮਿਲੀਅਨ ਦਾ ਚੈੱਕ ਵੀ ਸੌਂਪਿਆ। ਇਹ ਵਿਅਕਤੀ ਪੈਂਸਿਲਵੇਨੀਆ 'ਚ ਮਸਕ ਦੀ ਰੈਲੀ 'ਚ ਸ਼ਾਮਲ ਹੋਇਆ ਸੀ ਜੋ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੇ ਸਮਰਥਨ 'ਚ ਆਯੋਜਿਤ ਕੀਤੀ ਗਈ ਸੀ। ਮਸਕ ਦੀ ਪਟੀਸ਼ਨ ਦਾ ਸਮਰਥਨ ਕਰਨ ਤੋਂ ਬਾਅਦ ਪਹਿਲੇ ਦਿਨ ਜੌਨ ਨਾਂ ਦੇ ਵਿਅਕਤੀ ਨੂੰ $1 ਮਿਲੀਅਨ ਯਾਨੀ $1 ਮਿਲੀਅਨ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਜੌਨ ਨੂੰ ਚੈੱਕ ਸੌਂਪਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਨੂੰ ਇਹ ਇਨਾਮ ਮਿਲਣ ਵਾਲਾ ਹੈ। ਇਸ ਲਈ ਸਵਾਗਤ ਹੈ। ਤੁਹਾਨੂੰ ਦੱਸ ਦਈਏ ਕਿ ਅਰਬਪਤੀ ਐਲੋਨ ਮਸਕ ਰਾਸ਼ਟਰਪਤੀ ਚੋਣਾਂ 'ਚ ਡੋਨਲਡ ਟਰੰਪ ਦੇ ਸਮਰਥਨ 'ਚ ਲਗਾਤਾਰ ਪ੍ਰਚਾਰ ਕਰ ਰਹੇ ਹਨ। ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹਰਾਉਣ ਦੇ ਲਈ ਮਸਕ ਦੇ ਪੈਸੇ ਦੀ ਵਰਤੋਂ ਕਰਨ ਦੇ ਇਸ ਕਦਮ ਨੂੰ ਕਾਫੀ ਅਨੋਖਾ ਮੰਨਿਆ ਜਾ ਰਿਹਾ ਹੈ। ਮਸਕ ਨੇ ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਲਈ ਆਪਣਾ ਸੰਗਠਨ ਅਮਰੀਕਾ PAC ਸ਼ੁਰੂ ਕੀਤਾ ਹੈ। ਇਹ ਸਿਆਸੀ ਸੰਗਠਨ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਆਪਸੀ ਟਕਰਾਅ ਵਿੱਚ ਰਾਜਾਂ ਵਿੱਚ ਰਜਿਸਟਰਡ ਵੋਟਰਾਂ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਰਾਜਾਂ ਵਿੱਚ ਇਹ ਕੰਮ ਬਿਲਕੁਲ ਵੀ ਆਸਾਨ ਨਹੀਂ ਹੈ। ਐਲੋਨ ਮਸਕ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੇ ਕੱਟੜ ਸਮਰਥਕ ਵਜੋਂ ਉੱਭਰੇ ਹਨ। ਉਹਨਾਂ ਨੇ ਸਾਬਕਾ ਰਾਸ਼ਟਰਪਤੀ ਦੇ ਰਾਜਨੀਤਿਕ ਐਕਸ਼ਨ ਕਮੇਟੀ ਨੂੰ $75 ਮਿਲੀਅਨ ਦਾਨ ਕੀਤੇ ਤਾਂ ਜੋ ਉਹਨਾਂ ਨੂੰ ਵਾਈਟ ਹਾਊਸ ਵਾਪਸ ਲਿਆਂਦਾ ਜਾ ਸਕੇ। ਇਸ ਦਾਨ ਨੇ ਮਸਕ ਨੂੰ 2024 ਚ ਚੱਕਰ ਦੇ ਸਭ ਤੋਂ ਵੱਡੇ ਖਰਚਾ ਕਰਨ ਵਾਲਿਆਂ ਵਿੱਚੋਂ ਇੱਕ ਬਣਾ ਦਿੱਤਾ ਹੈ।
ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬਾਈ ਸੰਸਦ ਲਈ ਹੋਈਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਰਿਕਾਰਡ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਪਹਿਲੀ ਵਾਰ 15 ਸੀਟਾਂ ਜਿੱਤੀਆਂ ਹਨ। ਹਾਲਾਂਕਿ ਸਿੱਖਿਆ ਅਤੇ ਬਾਲ ਭਲਾਈ ਮੰਤਰੀ ਰਚਨਾ ਸਿੰਘ ਅਤੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਵਿਧਾਇਕ ਅਮਨ ਸਿੰਘ ਸਮੇਤ ਕਈ ਪ੍ਰਮੁੱਖ ਉਮੀਦਵਾਰ ਹਾਰ ਗਏ ਹਨ। ਬਾਹਰ ਜਾਣ ਵਾਲੀ ਸੱਤਾਧਾਰੀ ਪਾਰਟੀ ਐਨਡੀਪੀ 44 ਸੀਟਾਂ ਤੇ ਅੱਗੇ ਸੀ ਅਤੇ ਕੰਜ਼ਰਵੇਟਿਵ ਪਾਰਟੀ 45 ਸੀਟਾਂ ਤੇ ਅੱਗੇ ਸੀ ਜਦ ਜਿੱਤ ਰਹੀ ਸੀ, ਜੋ ਕਿ BC ਸੂਬਾਈ ਚੋਣਾਂ 'ਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ 2 ਸੀਟਾਂ ਤੇ ਅੱਗੇ ਚੱਲ ਰਹੀ ਗ੍ਰੀਨ ਪਾਰਟੀ ਕਿੰਗ ਮੇਕਰ ਬਣ ਸਕਦੀ ਹੈ। 93 ਮੈਂਬਰੀ ਸਦਨ ਵਿੱਚ ਸਪਸ਼ਟ ਬਹੁਮਤ ਲਈ ਐਨਡੀਪੀ ਜਾਂ ਕੰਜ਼ਰਵੇਟਿਵ ਪਾਰਟੀ ਨੂੰ 47 ਦੇ ਜਾਦੂਈ ਅੰਕੜੇ ਤੱਕ ਪਹੁੰਚਣ ਲਈ ਗ੍ਰੀਨ ਪਾਰਟੀ ਵੱਲ ਮੁੜਨਾ ਪੈ ਸਕਦਾ ਹੈ। ਸੂਬਾਈ ਚੋਣਾਂ ਵਿੱਚ ਭਾਰਤੀ ਪ੍ਰਵਾਸੀਆਂ ਨੇ ਇੰਨਾ ਵਧੀਆ ਪ੍ਰਦਰਸ਼ਨ ਪਹਿਲਾਂ ਕਦੇ ਨਹੀਂ ਕੀਤਾ ਸੀ। ਪਹਿਲੀ ਵਾਰ ਸਫਲ ਉਮੀਦਵਾਰਾਂ ਦੀ ਗਿਣਤੀ ਦੋਹਰੇ ਅੰਕਾਂ ਤੇ ਪਹੁੰਚ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਨਲ ਪਾਰਲੀਮੈਂਟ ਲਈ 243 ਉਮੀਦਵਾਰਾਂ ਵਿੱਚੋਂ ਲਗਭਗ ਹਰ 8ਵਾਂ ਭਾਰਤੀ ਮੂਲ ਦਾ ਸੀ। ਹੁਣ ਚੁਣੀ ਗਈ ਨਵੀਂ ਸੰਸਦ ਦਾ ਹਰ 6ਵਾਂ ਮੈਂਬਰ ਭਾਰਤੀ ਮੂਲ ਦਾ ਹੋਵੇਗਾ। ਸਫਲ ਉਮੀਦਵਾਰਾਂ ਵਿੱਚ 2 ਵਾਰ ਦੇ ਓਲੰਪੀਅਨ ਰਵੀ ਕਾਹਲੋ, ਨਿੱਕੀ ਸ਼ਰਮਾ, ਸੂਬੇ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਅਟਾਰਨੀ ਜਨਰਲ ਰਾਜ ਚੌਹਾਨ, ਸਪੀਕਰ ਬਣਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਅਤੇ ਸਾਬਕਾ ਭਾਰਤੀ ਬਾਸਕਟਬਾਲ ਖਿਡਾਰੀ ਜਗਰੂਪ ਬਰਾੜ ਸ਼ਾਮਲ ਹਨ। ਸਾਬਕਾ ਕਬੱਡੀ ਖਿਡਾਰੀ ਮਨਦੀਪ ਧਾਲੀਵਾਲ ਨੇ ਪੰਜਾਬੀ ਮੂਲ ਦੀ ਉਮੀਦਵਾਰ ਰਚਨਾ ਸਿੰਘ ਨੂੰ ਵੱਡੇ ਮੁਕਾਬਲੇ ਵਿੱਚ ਹਰਾਇਆ। ਹਾਲ ਹੀ ਦੇ ਵਿੱਚ ਸੰਪੰਨ ਹੋਈਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਜੇਤੂ ਉਮੀਦਵਾਰਾਂ ਵਿੱਚ ਨਿੱਕੀ ਸ਼ਰਮਾ, ਰਵੀ ਕਾਹਲੋ, ਮਨਦੀਪ ਧਾਲੀਵਾਲ, ਜੋਡੀ ਤੂਰ, ਰੀਆ ਅਰੋੜਾ, ਰਾਜ ਚੌਹਾਨ, ਰਵੀ ਪਰਮਾਰ, ਹਰਮਨ ਪੰਗੂ, ਆਮਨਾ ਸ਼ਾਹ, ਜਗਰੂਪ ਬਰਾੜ, HS ਰੰਧਾਵਾ, JC ਸੁੰਨਰ, ਹਰਵਿੰਦਰ ਸੰਧੂ, ਸਟੀਵ ਕੂਨਰ ਅਤੇ ਸੁਨੀਤਾ ਧੀਰ ਸ਼ਾਮਲ ਹਨ। ਨਵੇਂ ਚੁਣੇ ਗਏ ਵਿਧਾਇਕ ਸੱਤਾਧਾਰੀ ਐਨਡੀਪੀ ਅਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੋਵਾਂ ਦੇ ਹਨ। ਨਵੀਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਨਲ ਪਾਰਲੀਮੈਂਟ ਲਈ ਚੁਣੇ ਗਏ 15 MPPs, ਜਿਨ੍ਹਾਂ ਨੂੰ MLA ਵੀ ਕਿਹਾ ਜਾਂਦਾ ਹੈ, ਵਿੱਚੋਂ 10 NDP ਅਤੇ ਬਾਕੀ ਕੰਜ਼ਰਵੇਟਿਵ ਪਾਰਟੀ ਦੇ ਹਨ। BC ਦੀ ਕੰਜ਼ਰਵੇਟਿਵ ਪਾਰਟੀ ਲਈ ਇਹ ਰਿਕਾਰਡ ਪ੍ਰਦਰਸ਼ਨ ਹੈ। ਸੂਬਾਈ ਚੋਣਾਂ 'ਚ ਉਹਨਾਂ ਨੇ ਪਹਿਲਾਂ ਕਦੇ ਵੀ ਇੰਨੀਆਂ ਸੀਟਾਂ ਨਹੀਂ ਜਿੱਤੀਆਂ ਹਨ। ਦਿਲਚਸਪ ਤੱਥ ਇਹ ਹੈ ਕਿ 2 ਸੀਟਾਂ ਸਰੀ ਨਿਊਟਨ ਅਤੇ ਸਰੀ ਨਾਰਥ ਤੇ ਸਾਰੇ ਉਮੀਦਵਾਰ ਭਾਰਤੀ ਮੂਲ ਦੇ ਸਨ। ਸਰੀ ਨਿਊਟਨ ਦੀ JC ਸੁੰਨਰ ਨੇ ਜਿੱਤ ਦਰਜ ਕੀਤੀ। ਉਹਨਾਂ ਤੋਂ ਇਲਾਵਾ ਤੇਗਜੋਤ ਬਲ, ਜਸਪ੍ਰੀਤ ਲੇਹਲ, ਜੋਗਿੰਦਰ ਸਿੰਘ ਰੰਧਾਵਾ ਅਤੇ ਅੰਮ੍ਰਿਤ ਬਿਰਿੰਗ ਚੋਣ ਮੈਦਾਨ ਵਿੱਚ ਸਨ। ਸਰੀ ਨਾਰਥ 'ਚ ਮਨਦੀਪ ਧਾਲੀਵਾਲ ਨੇ ਮੌਜੂਦਾ ਮੰਤਰੀ ਰਚਨਾ ਸਿੰਘ ਨੂੰ ਹਰਾ ਕੇ ਵਿਧਾਨ ਸਭਾ 'ਚ ਜਗ੍ਹਾ ਬਣਾਈ ਹੈ। ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਹੋਰ ਉਮੀਦਵਾਰਾਂ ਵਿੱਚ ਕਿਰਨ ਹੁੰਦਲ, ਹੋਬੀ ਨਿੱਜਰ ਅਤੇ ਸੈਮ ਸੰਧੂ ਸ਼ਾਮਲ ਹਨ। ਇਨ੍ਹਾਂ ਚੋਣਾਂ ਵਿੱਚ ਸਫਲਤਾ ਹਾਸਲ ਕਰਨ ਵਾਲਿਆਂ ਵਿੱਚ ਪੰਜਾਬੀ ਮੂਲ ਦੇ 3 ਖਿਡਾਰੀ ਰਵੀ ਕਾਹਲੋ, ਜਗਰੂਪ ਬਰਾੜ ਅਤੇ ਮਨਦੀਪ ਧਾਲੀਵਾਲ ਸ਼ਾਮਲ ਹਨ। ਅਮਰੀਕਾ ਵਿੱਚ ਅੱਜਕੱਲ੍ਹ ਚੋਣਾਂ ਦਾ ਦੌਰ ਚੱਲ ਰਿਹਾ ਹੈ। ਦੋਵੇਂ ਵੱਡੀਆਂ ਪਾਰਟੀਆਂ ਇਹ ਚੋਣਾਂ ਜਿੱਤਣ ਲਈ ਆਪੋ ਆਪਣਾ ਜ਼ੋਰ ਲਾ ਰਹੀਆਂ ਹਨ। ਇਸ ਵਾਰ ਉੱਘੇ ਵਕੀਲ ਜਸਪ੍ਰੀਤ ਸਿੰਘ ਵੀ ਡੈਮੋਕ੍ਰੇਟ ਪਾਰਟੀ ਲਈ ਖੁੱਲ੍ਹ ਕੇ ਮਦਦ ਕਰਦੇ ਹੋਏ ਨਜ਼ਰ ਆਏ ਹਨ। ਉਹ ਹੇਠਲੇ ਪੱਧਰ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਲਈ ਉਮੀਦਵਾਰ ਕਮਲਾ ਹੈਰਿਸ ਨਾਲ ਵੀ ਕਈ ਵਾਰ ਚੋਣ ਪ੍ਰਚਾਰ ਦੌਰਾਨ ਦੇਖੇ ਗਏ ਹਨ। ਇਸੇ ਤਰ੍ਹਾਂ ਹੁਣ ਡੈਮੋਕ੍ਰੇਟ ਪਾਰਟੀ ਲਈ ਕਾਂਗਰਸਮੈਨ ਲਈ ਚੋਣ ਲੜ ਰਹੀਆਂ 2 ਉਮੀਦਵਾਰ ਲਤੀਫਾ ਸਾਈਮਨ ਅਤੇ ਜੈਸਿਕਾ ਮੋਰਸ ਜਸਪ੍ਰੀਤ ਸਿੰਘ ਦੇ ਦਫ਼ਤਰ ਪਹੁੰਚੇ। ਇਸ ਮੌਕੇ ਸਿੱਖ ਭਾਈਚਾਰੇ ਦੇ ਹੋਰ ਵੀ ਬਹੁਤ ਸਾਰੇ ਆਗੂ ਪਹੁੰਚੇ ਹੋਏ ਸਨ। ਇਸ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਅਟਾਰਨੀ ਨੇ ਲਤੀਫਾ ਸਾਈਮਨ ਅਤੇ ਜੈਸਿਕਾ ਮੋਰਸ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਜਿੱਥੇ ਸਿੱਖ ਕੌਮ ਨੂੰ ਅਮਰੀਕਾ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ, ਉਸ ਦੇ ਨਾਲ ਇੱਥੇ ਇਮੀਗ੍ਰੇਸ਼ਨ ਸੰਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਨੇ ਬਾਰਡਰ ਤੇ ਰੁਲ ਰਹੇ ਪ੍ਰਵਾਸੀਆਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਆਏ ਹੋਏ ਆਗੂਆਂ ਨੇ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਾਉਣ ਦੇ ਲਈ ਆਵਾਜ਼ ਉਠਾਉਣਗੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਗੁਰਜਤਿੰਦਰ ਸਿੰਘ ਰੰਧਾਵਾ, ਜੱਸੀ ਸ਼ੇਰਗਿੱਲ, ਦਵਿੰਦਰ ਸਿੰਘ ਜਾਵਰ, ਗੁਰਮੀਤ ਸਿੰਘ ਵੜੈਚ, ਬਲਜੀਤ ਸਿੰਘ ਬਾਸੀ, ਬਲਵਿੰਦਰ ਸਿੰਘ ਸੰਧੂ, ਮਲਕੀਤ ਬੋਪਾਰਾਏ, ਬਲਵੰਤ ਸਿੰਘ ਵਿਰਕ ਅਤੇ ਅਮਰੀਕ ਸਿੰਘ ਕੈਲੇ ਵੀ ਹਾਜ਼ਰ ਸਨ। ਇਸ ਮੌਕੇ ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਇਨ੍ਹਾਂ ਉਮੀਦਵਾਰਾਂ ਲਈ ਫੰਡ ਰੇਜ਼ਿੰਗ ਦਾ ਵੀ ਆਯੋਜਨ ਕੀਤਾ ਗਿਆ। ਅਕਸਰ ਅਸੀਂ ਜਦੋਂ ਆਪਣੇ ਪਰਿਵਾਰਕ ਮੈਂਬਰਾਂ, ਦੋਸਤ ਜਾਂ ਕਿਸੇ ਹੋਰ ਕਰੀਬੀ ਨੂੰ ਹਵਾਈ ਅੱਡੇ ਤੇ ਛੱਡਣ ਜਾਂਦੇ ਹਾਂ ਤਾਂ ਡ੍ਰੌਪ ਆਫ ਜ਼ੋਨ ਵਿੱਚ ਖੜੇ ਹੋ ਕੇ ਉਸ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਰ ਅਲਵਿਦਾ ਆਖਣ ਲਈ ਉਸ ਨੂੰ ਗਲੇ ਵੀ ਲਗਾਉਂਦੇ ਹਾਂ। ਪਰ ਹੁਣ ਤੁਹਾਨੂੰ ਆਪਣੇ ਰਿਸ਼ਤੇਦਾਰ ਨੂੰ ਗਲੇ ਲਗਾਉਣਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਨਿਊਜ਼ੀਲੈਂਡ ਵੱਲੋਂ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਉਣ ਦਾ ਨਿਯਮ ਬਣਾਇਆ ਗਿਆ ਹੈ।
ਤੁਸੀਂ ਇਸ ਨਿਯਮ ਬਾਰੇ ਜਾਣ ਕੇ ਹੈਰਾਨ ਹੋ ਸਕਦੇ ਹੋ, ਪਰ ਇਹ ਸੱਚ ਹੈ। ਨਿਊਜ਼ੀਲੈਂਡ ਦੇ 에ਅਰਪੋਰਟ ਤੇ ਹੁਣ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਕਰੀਬੀ ਨੂੰ ਗਲੇ ਲਗਾ ਕੇ ਅਲਵਿਦਾ ਨਹੀਂ ਆਖ ਸਕਦੇ, ਕਿਉਂਕਿ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਤੁਹਾਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ। ਦਰਅਸਲ ਨਿਊਜ਼ੀਲੈਂਡ ਦੇ 에ਅਰਪੋਰਟ ਵਿਖੇ ਡ੍ਰੌਪ ਆਫ ਜ਼ੋਨ ਕੋਲ ਪੋਸਟਰ ਲਗਾਏ ਗਏ ਹਨ, ਜਿਸ ਤੇ ਲਿਖਿਆ ਗਿਆ ਹੈ ਕਿ ਗਲੇ ਲਗਾ ਕੇ ਵਿਦਾਈ ਦੇਣ ਲਈ 에ਅਰਪੋਰਟ ਪਾਰਕਿੰਗ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਮੁਤਾਬਿਕ ਤੁਸੀਂ 에ਅਰਪੋਰਟ ਤੇ ਸਿਰਫ 3 ਮਿੰਟ ਲਈ ਗਲੇ ਮਿਲ ਸਕਦੇ ਹੋ, ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਇਹ ਨਿਯਮ ਨਿਊਜ਼ੀਲੈਂਡ ਦੇ ਡੁਨੇਡਿਨ 에ਅਰਪੋਰਟ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਆਪਣੇ ਡ੍ਰੌਪ ਆਫ ਜ਼ੋਨ ਵਿੱਚ ਕਿਸੇ ਨੂੰ ਸਿਰਫ 3 ਮਿੰਟ ਲਈ ਗਲੇ ਲਗਾ ਸਕਦੇ ਹੋ। ਇਸ ਨਿਯਮ ਤੋਂ ਬਾਅਦ ਪੂਰੀ ਦੁਨੀਆ ਵਿੱਚ ਹੰਗਾਮਾ ਮਚਿਆ ਹੋਇਆ ਹੈ। ਹੋਰ ਤਾਂ ਹੋਰ 에ਅਰਪੋਰਟ ਤੇ ਪੋਸਟ ਲਗਾਏ ਗਏ ਹਨ, ਜਿਨ੍ਹਾਂ ਤੇ ਇਸ ਸੰਬੰਧੀ ਚੇਤਾਵਨੀ ਲਿਖੀ ਗਈ ਹੈ ਕਿ ਕਿਰਪਾ ਕਰਕੇ ਵਿਦਾਇਗੀ ਲਈ ਕਾਰ ਪਾਰਕਿੰਗ ਦੀ ਵਰਤੋਂ ਕਰੋ। ਇੱਥੇ ਪਾਰਕਿੰਗ 15 ਮਿੰਟਾਂ ਲਈ ਮੁਫਤ ਹੈ। ਨਿਊਜ਼ੀਲੈਂਡ ਦੇ ਡੁਨੇਡਿਨ 에ਅਰਪੋਰਟ ਦੇ CEO ਡੈਨੀਅਲ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਇਸ ਨਿਯਮ ਤੇ ਗਲਤ ਗੁੱਸਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਹਵਾਈ ਅੱਡਾ ਭਾਵਨਾਵਾਂ ਦਾ ਸੈਂਟਰ ਹੈ। ਜਦੋਂ ਲੋਕ ਇੱਥੇ ਵਿਦਾਇਗੀ ਦਿੰਦੇ ਹਨ ਤਾਂ ਉਹ ਥੋੜਾ ਭਾਵੁਕ ਹੋ ਜਾਂਦੇ ਹਨ, ਪਰ ਤਰਕ ਨਾਲ ਲਵ ਹਾਰਮੋਨਸ ਲਈ ਮਹਿਜ਼ 20 ਸਕਿੰਟ ਹੀ ਕਾਫੀ ਹੁੰਦੇ ਹਨ। ਉਹਨਾਂ ਨੇ ਆਖਿਆ ਕਿ ਇਸ ਨਿਯਮ ਨਾਲ ਯਾਤਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਹੋਰ ਵਧੇਰੇ ਲੋਕਾਂ ਨੂੰ ਗਲੇ ਮਿਲਣ ਦਾ ਮੌਕਾ ਮਿਲੇਗਾ। CEO ਨੇ ਅੱਗੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਹਵਾਈ ਅੱਡੇ ਦੀ ਪਾਰਕਿੰਗ ਵਿੱਚ ਦਿਲਚਸਪ ਚੀਜ਼ਾਂ ਦੇਖ ਰਹੇ ਹਾਂ, ਜਿੱਥੇ 15 ਮਿੰਟਾਂ ਦੀ ਪਾਰਕਿੰਗ ਮੁਫਤ ਹੈ। ਲੋਕ ਇਸ ਦਾ ਭਰਪੂਰ ਫਾਇਦਾ ਉਠਾਉਂਦੇ ਹਨ। ਦੱਸ ਦਈਏ ਕਿ ਹਵਾਈ ਅੱਡੇ ਦੇ ਇਸ ਨਿਯਮ ਤੋਂ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਤੇ 에ਅਰਪੋਰਟ ਅਥਾਰਟੀ ਖਿਲਾਫ ਲੋਕਾਂ ਵੱਲੋਂ ਜੰਮ ਕੇ ਪੜਾਸ ਵੀ ਕੱਢੀ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਇੱਕ ਬਦਲੇ ਹੋਏ ਅੰਦਾਜ਼ ਵਿੱਚ ਨਜ਼ਰ ਆਏ। ਚੋਣ ਮੁਹਿੰਮ ਦੌਰਾਨ ਟਰੰਪ ਨੇ ਰਾਜਨੀਤੀ ਤੋਂ ਬ੍ਰੇਕ ਲਿਆ ਅਤੇ ਪੈਂਸਿਲਵੇਨੀਆ ਵਿੱਚ ਇੱਕ ਮੈਕਡੋਨਲਡ ਸਟੋਰ ਦਾ ਦੌਰਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਟਰੰਪ ਇੱਥੇ ਖਾਣਾ ਖਾਣ ਨਹੀਂ, ਸਗੋਂ ਫਰਾਈਜ਼ ਬਣਾਉਣ ਅਤੇ ਸਰਵ ਕਰਨ ਲਈ ਗਏ ਸਨ। ਇਸ ਦੌਰਾਨ ਜਦੋਂ ਟਰੰਪ ਨੇ ਮੈਕਡੋਨਲਡਸ ਦੇ ਕਾਊਂਟਰ ਤੇ ਖੜੇ ਹੋ ਕੇ ਇੱਕ ਭਾਰਤੀ ਨੂੰ ਆਰਡਰ ਦਿੱਤਾ ਤਾਂ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਟਰੰਪ ਅਤੇ ਗ੍ਰਾਹਕ ਵਿਚਕਾਰ ਭਾਵੁਕ ਗੱਲਬਾਤ ਨੂੰ ਇੰਟਰਨੈਟ ਤੇ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਹੈ। ਟੇਕ ਆਊਟ ਵਿੰਡੋ ਤੇ ਟਰੰਪ ਨੂੰ ਦੇਖ ਕੇ ਭਾਰਤੀ ਵਿਅਕਤੀ ਖੁਦ ਨੂੰ ਉਹਨਾਂ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਸਕਿਆ ਅਤੇ ਇੱਕ ਵਾਰ ਫਿਰ ਉਹਨਾਂ ਦੇ ਰਾਸ਼ਟਰਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ। ਵਾਇਰਲ ਵੀਡੀਓ ਵਿੱਚ ਟਰੰਪ ਨੂੰ ਮੈਕਡੋਨਲਡ ਸਟੋਰ ਵਿੱਚ ਆਪਣੇ ਸਿਗਨੇਚਰ ਸੂਟ ਤੇ ਇੱਕ ਐਪਰਨ ਪਹਿਨੇ ਦੇਖਿਆ ਜਾ ਸਕਦਾ ਹੈ। ਉਸਨੇ ਮਸ਼ਹੂਰ ਫਰਾਈਜ਼ ਬਣਾਉਣਾ ਸਿੱਖਿਆ, ਫਿਰ ਉਹ ਪੈਕੇਟ ਨੂੰ ਟੇਕ ਆਊਟ ਵਿੰਡੋ ਤੇ ਲੈ ਗਿਆ ਅਤੇ ਇਸ ਨੂੰ ਗ੍ਰਾਹਕ ਨੂੰ ਦੇ ਦਿੱਤਾ ਜੋ ਹੁਣੇ ਇੱਕ ਕਾਰ ਨਾਲ ਰੁਕਿਆ ਸੀ। ਕਾਰ ਅੰਦਰ ਇੱਕ ਭਾਰਤੀ ਵਿਅਕਤੀ ਮੌਜੂਦ ਸੀ ਜੋ ਟਰੰਪ ਨੂੰ ਦੇਖ ਕੇ ਉਤਸ਼ਾਹ ਨਾਲ ਭਰ ਗਿਆ। ਉਸ ਨਾਲ ਕਾਰ ਵਿੱਚ ਇੱਕ ਔਰਤ ਵੀ ਸੀ। ਉਹਨਾਂ ਨੇ ਰਵਾਇਤੀ ਭਾਰਤੀ ਢੰਗ ਨਾਲ ਟਰੰਪ ਦਾ ਹੱਥ ਜੋੜ ਕੇ ਸਵਾਗਤ ਕੀਤਾ। ਜਿਵੇਂ ਹੀ ਸਾਬਕਾ ਰਾਸ਼ਟਰਪਤੀ ਨੇ ਹੱਥ ਹਿਲਾ ਕੇ ਆਰਡਰ ਦਿੱਤਾ, ਭਾਰਤੀ ਗ੍ਰਾਹਕ ਨੇ ਕਿਹਾ, ਧੰਨਵਾਦ ਮਿਸਟਰ ਪ੍ਰੈਜ਼ੀਡੈਂਟ, ਤੁਸੀਂ ਸਾਡੇ ਵਰਗੇ ਆਮ ਲੋਕਾਂ ਲਈ ਇੱਥੇ ਆਉਣਾ ਸੰਭਵ ਬਣਾਇਆ ਹੈ। ਇਸ ਤੇ ਟਰੰਪ ਨੇ ਉਦਾਰਤਾ ਦਿਖਾਈ ਅਤੇ ਕਿਹਾ, ਤੁਸੀਂ ਆਮ ਨਹੀਂ ਹੋ। ਇਸ ਤੋਂ ਬਾਅਦ ਭਾਰਤੀ ਵਿਅਕਤੀ ਧੰਨਵਾਦ ਪ੍ਰਗਟ ਕੀਤਾ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਉਣ ਵਾਲੀਆਂ ਅਮਰੀਕੀ ਚੋਣਾਂ ਵਿੱਚ ਟਰੰਪ ਨੂੰ ਜਿੱਤਦੇ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਕਾਰ 'ਚ ਬੈਠੀ ਔਰਤ ਨੇ ਟਰੰਪ ਨੂੰ ਮਜ਼ਾਕ 'ਚ ਕਿਹਾ, ਸਾਡੇ ਲਈ ਗੋਲੀ ਖਾਣ ਲਈ ਤੁਹਾਡਾ ਧੰਨਵਾਦ। ਯੂਜ਼ਰ ਹੁਣ ਕਮੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਹੁਣ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ। ਐਕਸ ਤੇ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਇਸ ਭਾਰਤੀ ਨੂੰ ਸੁਣੋ ਜੋ ਕਹਿ ਰਿਹਾ ਹੈ ਕਿ ਸਾਰੇ ਅਮਰੀਕੀ ਟਰੰਪ ਨੂੰ ਪਿਆਰ ਕਰਦੇ ਹਨ। ਯੂਜ਼ਰ ਨੇ ਇਸ ਪੋਸਟ ਤੇ ਮਜ਼ਾਕੀਆ ਟਿੱਪਣੀ ਕੀਤੀ ਆ। ਇੱਕ ਨੇ ਲਿਖਿਆ ਕਿ ਇਹ ਸਭ ਤੋਂ ਭਾਰਤੀ ਕੰਮ ਹੈ ਜੋ ਇੱਕ ਭਾਰਤੀ ਕਰ ਸਕਦਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਕੀ ਉਸ ਦੀ ਗੱਲ ਸਮਝ ਵੀ ਆਈ। ਇੱਕ ਯੂਜ਼ਰ ਨੇ ਲਿਖਿਆ ਕਿ ਵਾਹ, ਉਸ ਦਾ ਉਤਸ਼ਾਹ ਦੇਖੋ, ਪਰ ਉਡੀਕ ਕਰੋ, ਇੱਕ ਆਮ ਵਿਅਕਤੀ ਹੈ। ਹਾਂ, ਸਪਸ਼ਟ ਹੈ ਕਿ ਟਰੰਪ ਸਾਰੇ ਪ੍ਰਵਾਸੀਆਂ ਨੂੰ ਵਾਪਸ ਭੇਜ ਦੇਵੇਗਾ। ਸੋ ਐਸੇ ਬਹੁਤ ਸਾਰੇ ਕਮੈਂਟ ਜਿਹੜੇ ਨੇ ਹੁਣ ਉਹ ਦੇਖਣ ਨੂੰ ਮਿਲ ਰਹੇ ਨੇ, ਕਿਉਂਕਿ ਜਿਵੇਂ ਆਪਾਂ ਸਭ ਜਾਣਦੇ ਹਾਂ ਕਿ ਡੋਨਾਲਡ ਟਰੰਪ ਕਿਸ ਤਰੀਕੇ ਨਾਲ ਪ੍ਰਵਾਸੀਆਂ ਨੂੰ ਪਸੰਦ ਨਹੀਂ ਕਰਦੇ, ਪਰ ਇੱਕ ਪ੍ਰਵਾਸੀ ਯਾਨੀ ਕਿ ਇੱਕ ਭਾਰਤੀ ਵੱਲੋਂ ਜਦੋਂ ਡੋਨਾਲਡ ਟਰੰਪ ਦੀ ਤਾਰੀਫ ਕੀਤੀ ਗਈ ਤੇ ਬਹੁਤ ਸਾਰੀਆਂ ਕਮੈਂਟਸ ਜਿਹੜੇ ਨੇ ਲੋਕਾਂ ਦੇ ਵੱਲੋਂ ਨੈਗੇਟਿਵ ਪੋਜ਼ਿਟਿਵ ਦੋਨਾਂ ਤਰੀਕੇ ਦੇ ਆਉਣੇ ਸ਼ੁਰੂ ਹੋ ਗਏ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਵੱਲੋਂ ਯੂਕਰੇਨ ਖਿਲਾਫ ਜੰਗ 'ਚ ਰੂਸ ਨੂੰ ਚੀਨ ਦੇ ਸਮਰਥਨ ਤੇ ਚਿੰਤਾ ਜ਼ਾਹਰ ਕਰਨ ਦੇ ਬਾਵਜੂਦ ਚੀਨ ਨੇ ਯੂਕਰੇਨ ਖਿਲਾਫ ਇਸਤੇਮਾਲ ਲਈ ਰੂਸ ਨੂੰ ਆਧੁਨਿਕ ਹਥਿਆਰ ਪ੍ਰਣਾਲੀ ਭੇਜਣੀ ਸ਼ੁਰੂ ਕਰ ਦਿੱਤੀ। ਅਮਰੀਕਾ ਨੇ ਹਾਲ ਹੀ ਦੇ ਵਿੱਚ ਰੂਸ ਦੇ ਗਾਰਪੀਆ ਲੜੀ ਦੇ ਲੰਬੀ ਦੂਰੀ ਦੇ ਆਤਮਘਾਤੀ ਡਰੋਨ ਦੇ ਵਿਕਾਸ ਅਤੇ ਉਤਪਾਦਨ 'ਚ ਸ਼ਾਮਲ ਚੀਨੀ ਸੰਸਥਾਵਾਂ ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਪਹਿਲੀ ਅਮਰੀਕੀ ਪਾਬੰਦੀਆਂ ਹਨ ਜੋ ਰੂਸੀ ਫਰਮਾਂ ਦੇ ਨਾਲ ਸਾਂਝੇਦਾਰੀ 'ਚ ਸਿੱਧੇ ਤੌਰ ਤੇ ਪੂਰੀ ਤਰ੍ਹਾਂ ਹਥਿਆਰ ਪ੍ਰਣਾਲੀਆਂ ਦਾ ਵਿਕਾਸ ਤੇ ਉਤਪਾਦਨ ਕਰਨ ਵਾਲੀਆਂ ਚੀਨੀ ਸੰਸਥਾਵਾਂ ਤੇ ਲਗਾਈਆਂ ਗਈਆਂ ਹਨ। ਇਸ ਤੋਂ ਪਹਿਲਾਂ
ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਆਪਣੇ ਚੀਨੀ ਹਮਰੁਤਬਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੀਆਂ ਕੰਪਨੀਆਂ ਨੂੰ ਰੂਸੀ ਫੌਜ ਨੂੰ ਉਪਕਰਨਾਂ ਦੀ ਸਪਲਾਈ ਕਰਨ ਤੇ ਰੋਕ ਦੇਣ। ਲੈਮੀ ਨੇ ਸ਼ੁੱਕਰਵਾਰ ਨੂੰ ਬੀਜਿੰਗ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਜੁਲਾਈ ਵਿੱਚ ਲੇਬਰ ਪਾਰਟੀ ਦੇ ਬਰਤਾਨੀਆ 'ਚ ਸੱਤਾ 'ਚ ਆਉਣ ਤੋਂ ਬਾਅਦ ਡੇਵਿਡ ਲੈਮੀ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਕੈਬਨਿਟ ਮੰਤਰੀ ਹਨ। ਉਹਨਾਂ ਨੇ ਸ਼ੁੱਕਰਵਾਰ ਨੂੰ ਚੀਨ ਦੇ ਉਪ ਪ੍ਰਧਾਨ ਮੰਤਰੀ ਡਿੰਗ ਦੇ ਨਾਲ ਮੁਲਾਕਾਤ ਕੀਤੀ ਅਤੇ ਉਸੇ ਦਿਨ ਬਾਅਦ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਗੱਲਬਾਤ ਕੀਤੀ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੀਜਿੰਗ ਨਾਲ ਸੰਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨ ਦੇ 2 ਦਿਨਾਂ ਦੌਰੇ ਤੇ ਹਨ। ਪੰਜਾਬ ਤੋਂ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਏ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੀ ਜਵਾਨ ਧੀ ਦੀ ਵਾਲਮਾਰਟ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ ਜੋ ਮੂਲ ਰੂਪ ਨਾਲ ਜਲੰਧਰ ਦੇ ਸੂਰਾਨਸੀ ਵਿੱਚ ਪੈਂਦੇ ਗੁਰੂ ਨਾਨਕ ਨਗਰ ਨਾਲ ਸੰਬੰਧਿਤ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਵਾਲਮਾਰਟ ਵਿੱਚ ਓਵਨ 'ਚ ਸੜਨ ਕਾਰਨ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕਾ ਗੁਰਸਿਮਰਨ ਕੌਰ ਦੇ ਤਾਇਆ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਹੀ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਉਹ ਸਾਰੇ ਇੱਥੋਂ ਹੀ ਕੈਨੇਡਾ ਦੀ PR ਲੈ ਕੇ ਗਏ ਸਨ। ਗੁਰਸਿਮਰਨ ਕੌਰ 12ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ਵਿੱਚ ਕੰਮ ਕਰਦੀ ਸੀ। ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ ਤੇ ਗਈ ਸੀ। ਉਸਦੀ ਮਾਂ ਕੰਮ ਤੋਂ ਵਾਪਸ ਆ ਗਈ ਤੇ ਕੁਝ ਦੇਰ ਬਾਅਦ ਹੀ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੀ ਧੀ ਦੀ ਮੌਤ ਹੋ ਗਈ ਹੈ। ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਦੀ ਮੌਤ ਬੇਕਰੀ ਦੇ ਓਵਨ 'ਚ ਸੜਨ ਨਾਲ ਹੋਈ ਹੈ, ਪਰ ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਤਾਂ ਇਹ ਓਵਨ ਚਲਾਏ ਹੀ ਨਹੀਂ ਜਾਂਦੇ। ਫਿਲਹਾਲ ਹੈਲੀਫੈਕਸ ਖੇਤਰੀ ਪੁਲਿਸ ਵੱਲੋਂ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਲਈ ਐਤਵਾਰ ਨੂੰ ਸਟੋਰ ਬੰਦ ਰੱਖਿਆ ਗਿਆ। ਪੁਲਿਸ ਵੱਲੋਂ ਪਰਿਵਾਰ ਨੂੰ ਵੀ ਸਟੋਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਹਨਾਂ ਵੱਲੋਂ ਮਾਮਲੇ ਨਾਲ ਜੁੜੇ ਵੇਰਵੇ ਵੀ ਸਾਂਝੇ ਨਹੀਂ ਕੀਤੇ ਜਾ ਰਹੇ। ਕਿਰਤ ਵਿਭਾਗ ਨੇ ਵੀ ਕਿਹਾ ਕਿ ਉਸ ਸਥਿਤੀ ਤੋਂ ਜਾਣੂ ਹੈ ਅਤੇ ਪੁਲਿਸ ਮੌਕੇ ਤੇ ਜਾਂਚ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਕਰਨ ਵਿੱਚ ਅਸਮਰਥ ਹਾਂ। ਇਸ ਮਾਮਲੇ ਵਿੱਚ ਵਾਲਮਾਰਟ ਵੱਲੋਂ ਇੱਕ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਵਾਲਮਾਰਟ ਦੇ ਬੁਲਾਰੇ ਅਮਾਂਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਸਹਿਯੋਗੀ ਦੀ ਮੌਤ ਨਾਲ ਸਾਡਾ ਦਿਲ ਟੁੱਟ ਗਿਆ ਹੈ। ਉਹਨਾਂ ਨੇ ਕਿਹਾ ਅਸੀਂ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹਮਦਰਦੀ ਰੱਖਦੇ ਹਾਂ। ਉਹਨਾਂ ਨੇ ਜਾਂਚ ਵਿੱਚ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਐਤਵਾਰ ਨੂੰ ਸਟੋਰ ਬੰਦ ਰੱਖਿਆ ਗਿਆ। ਅਮਰੀਕੀ ਸੰਵਿਧਾਨ ਦੀ ਇੱਕ ਦੁਰਲੱਭ ਕਾਪੀ ਨਿਲਾਮੀ ਵਿੱਚ $11 ਮਿਲੀਅਨ ਤੋਂ ਵੱਧ ਵਿੱਚ ਵੇਚੀ ਗਈ। ਸੰਵਿਧਾਨ ਦੀ ਇਹ ਕਾਪੀ 1787 ਵਿੱਚ ਛਾਪੀ ਗਈ ਸੀ। ਵੀਰਵਾਰ ਨੂੰ ਇਸ ਦੀ ਲਾਈਵ ਨਿਲਾਮੀ ਕੀਤੀ ਗਈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਇਸ ਦੇ ਲਈ ਇੱਕ ਖਰੀਦਦਾਰ ਦੁਆਰਾ ਸਭ ਤੋਂ ਵੱਧ ਬੋਲੀ $9 ਮਿਲੀਅਨ ਸੀ, ਜਿਸ ਵਿੱਚ ਪ੍ਰੀਮੀਅਮ ਫੀਸ ਅਤੇ ਟੈਕਸ ਸ਼ਾਮਲ ਨਹੀਂ ਹਨ। ਹਾਲਾਂਕਿ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਨਿਲਾਮੀ ਬ੍ਰੰਕ ਨਿਲਾਮੀ ਦੁਆਰਾ ਕਰਵਾਈ ਗਈ ਸੀ। ਰਿਪੋਰਟ ਦੇ ਅਨੁਸਾਰ ਸ਼ੁਰੂਆਤ ਵਿੱਚ ਇਸ ਦੀ ਬੋਲੀ $1.1 ਮਿਲੀਅਨ ਤੋਂ ਸ਼ੁਰੂ ਹੋਈ ਸੀ। ਇਸ ਤੋਂ ਤੁਰੰਤ ਬਾਅਦ ਇਹ $5 ਮਿਲੀਅਨ ਤੱਕ ਪਹੁੰਚ ਗਿਆ। ਇਸ ਤੋਂ ਬਾਅਦ 7 ਮਿੰਟਾਂ ਵਿੱਚ ਹੀ $9 ਮਿਲੀਅਨ ਦੀ ਬੋਲੀ ਖਤਮ ਹੋ ਗਈ। ਬ੍ਰੰਕ ਨਿਲਾਮੀ ਲਈ ਬਾਹਰੀ ਮਾਮਲਿਆਂ ਦੀ ਨਿਰਦੇਸ਼ਕ ਨੈਂਸੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਇਹ ਇੱਕ ਸ਼ਾਨਦਾਰ ਕੀਮਤ ਸੀ। ਇਹ ਸੱਚਮੁੱਚ ਮਹੱਤਵਪੂਰਨ ਹੈ ਕਿ ਅਜਿਹੀਆਂ ਚੀਜ਼ਾਂ ਨੂੰ ਚੰਗੀ ਕੀਮਤ ਮਿਲੇ। ਸੰਵਿਧਾਨ ਦੀ ਇਹ ਕਾਪੀ 2 ਸਾਲ ਪਹਿਲਾਂ ਇੱਕ ਘਰ ਦੀ ਫਾਈਲਿੰਗ ਕੈਬਨਿਟ ਵਿੱਚ ਮਿਲੀ ਸੀ। ਇਹ ਘਰ ਇੱਕ ਵਾਰ ਸੈਮੂਅਲ ਜੌਨਸਟਨ ਦਾ ਸੀ, ਜੋ ਦਸੰਬਰ 1787 ਤੋਂ ਦਸੰਬਰ 1799 ਤੱਕ ਉੱਤਰੀ ਕੈਰੋਲੀਨਾ ਦਾ ਗਵਰਨਰ ਵੀ ਸੀ। ਸੰਵਿਧਾਨ ਦੀ ਮੁੱਢਲੀ ਕਾਪੀ ਦੀ ਖੋਜ ਤੋਂ ਬਾਅਦ ਇਹ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਜਾਣਕਾਰੀ ਮੁਤਾਬਿਕ ਅਮਰੀਕਾ 'ਚ ਸੰਵਿਧਾਨਕ ਸੰਮੇਲਨ ਅਤੇ ਕਾਂਗਰਸ ਵੱਲੋਂ ਇਸ ਤੇ ਮਨਜ਼ੂਰੀ ਪ੍ਰਸਤਾਵ ਸ਼ਾਮਲ ਕਰਨ ਤੋਂ ਬਾਅਦ ਇਸ ਦੀਆਂ ਅਸਲ ਕਾਪੀਆਂ 13 ਸੂਬਿਆਂ ਦੇ ਰਾਜਪਾਲਾਂ ਨੂੰ ਭੇਜੀਆਂ ਗਈਆਂ, ਜਿਨ੍ਹਾਂ ਨੇ ਇਸ ਤੇ ਲੋਕਾਂ ਦੀ ਰਾਏ ਲਈ। ਇਹ ਕਾਪੀ ਉਹਨਾਂ 13 ਕਾਪੀਆਂ ਵਿੱਚੋਂ ਇੱਕ ਸੀ। ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ 'ਚ ਬਹੁਤ ਹੀ ਦਿਲ ਨੂੰ ਦੁਖਾਉਣ ਵਾਲੀ ਘਟਨਾ ਵਾਪਰੀ। ਇੱਥੇ 3 ਵਾਹਨਾਂ ਦੀ ਟੱਕਰ ਦੌਰਾਨ ਵਾਪਰੇ ਭਿਆਨਕ ਹਾਦਸੇ 'ਚ ਬੋਹਾ ਵਾਸੀ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੀ ਮੌਤ ਹੋ ਗਈ। BC ਦੇ ਸੁਤੰਤਰ ਜਾਂਚ ਦਫ਼ਤਰ ਕੈਨੇਡਾ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਡਾਊਨਟਾਊਨ 'ਚ ਸ਼ਨੀਵਾਰ 19 ਅਕਤੂਬਰ ਨੂੰ ਤੜਕੇ ਭਿਆਨਕ ਹਾਦਸਾ ਵਾਪਰਿਆ। ਰਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਤੇ ਖੇਤਰ 'ਚ ਬੱਤੀਆਂ ਤੇ ਰੁਕਿਆ ਹੋਇਆ ਸੀ। ਇੱਕ ਤੇਜ਼ ਰਫ਼ਤਾਰ ਨਿਸਾਨ ਟਾਈਟਨ ਪਿਕਅਪ ਟਰੱਕ ਦੇ ਡਰਾਈਵਰ ਵੱਲੋਂ ਰਜਿੰਦਰ ਸਿੰਘ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਇਸ ਦੌਰਾਨ ਰਜਿੰਦਰ ਸਿੰਘ ਦੀ ਕਾਰ ਅੱਗੋਂ ਇੱਕ BC ਟ੍ਰਾਂਜ਼ਿਟ ਬੱਸ ਸਮੇਤ 2 ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ IIO ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪਿਕਅਪ ਡਰਾਈਵਰ ਨੂੰ ਕੋਚਨੀ ਸਟਰੀਟ ਨੇੜੇ ਡਗਲਸ ਦੇ 900 ਬਲਾਕ 'ਚ ਰੋਕਣ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਹ ਗਲਤ ਢੰਗ ਨਾਲ ਗੱਡੀ ਚਲਾ ਰਿਹਾ ਸੀ। ਡਰਾਈਵਰ ਰੁਕਿਆ ਨਹੀਂ ਅਤੇ ਫਿਰ ਉਹ ਤੇਜ਼ ਰਫ਼ਤਾਰ ਵਿੱਚ ਬੱਸ ਸਮੇਤ ਹੋਰ ਵਾਹਨਾਂ ਨਾਲ ਟਕਰਾ ਗਿਆ।
ਡਰਾਈਵਰ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਘਟਨਾ ਦੇ ਨਤੀਜੇ ਵਜੋਂ ਬੈਲੇਵਿਲ ਅਤੇ ਕੋਟਨੀ ਸੜਕਾਂ ਦੇ ਵਿਚਕਾਰ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਦਿਲ ਕੰਬਾਊ ਘਟਨਾ ਸੁਣਦੇ ਸਾਰ ਹੀ ਬੋਹਾ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਸਾਂ ਜੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।